ਕਬੀਰ ਪ੍ਰਭਾਤੇ ਤਾਰੇ ਖਿਸੈ, ਤਿਉ ਇਹੋ ਖਿਸੈ ਸਰੀਰ। ਇਹ ਦੋਏ ਅੱਖਰ ਨਾ ਖਿਸਹਿ, ਸੋ ਗਹਿ ਰਹਿਓ ਕਬੀਰ। ਕਬੀਰ ਕੋਠੀ ਕਾਠ ਕੀ ਦਹਿ ਦਿਸ ਲਾਗੀ ਆਗ। ਪੰਡਿਤ ਪੰਡਿਤ ਜਲ ਮੁਏ, ਮੂਰਖ ਉਬਰੇ ਭਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਸਵਾਰੀ, ਗੁਰੂ ਪਿਆਰੀ, ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਦੇ ਸਦਕਾ ਸਰਬੱਤ ਮਾਈ ਭਾਈ ਗੁਰਸਿੱਖ ਸੰਗਤਾਂ ਮਿਲ ਜੁਲ ਕੇ ਅੰਮ੍ਰਿਤ ਵੇਲੇ ਤੋਂ ਲੈ ਕਰ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਪੜ੍ਹਦੇ ਸੁਣਦੇ ਸਤਿਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦਾ ਆਨੰਦ ਮਾਣਦੇ ਹੋਏ ਆ ਰਹੇ ਹਾਂ। ਗਰੀਬ ਨਵਾਜ਼ ਦਾਤਾਰ ਪ੍ਰਭੂ ਜੀ ਸਾਨੂੰ ਕਲਯੁਗ ਜੀਵਾਨੋਂ ਪਾਵਨ ਪਵਿੱਤਰ ਧੁਰ ਦਰਗਾਹੀ ਬਚਨਾਂ ਦੇ ਦੁਆਰਾ ਸੂਝ ਬੂਝ ਬਖਸ਼ਿਸ਼ ਕਰਦੇ ਹੋਏ ਆ ਰਹੇ ਨੇ। ਚੱਲ ਰਹੀ ਧੁਰ ਕੀ ਬਾਣੀ ਦੀ ਲੜੀਵਾਰ ਕਥਾ ਦੇ ਦੁਆਰਾ ਸਾਹਿਬ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1373 ਅੰਗ ਦੇ ਉੱਪਰ ਪਾਵਨ ਤੇ ਪਵਿੱਤਰ ਬਚਨ ਸਾਹਿਬ ਬਾਬਾ ਭਗਤ ਕਬੀਰ ਜੀ ਮਹਾਰਾਜ ਦੀ ਰਸਨਾ ਦੇ ਦੁਆਰਾ ਸੰਸਾਰ ਦੇ ਜੀਵਾਂ ਨੂੰ ਸਮਝਾਉਣ ਵਾਸਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਨੇ। ਮਹਾਰਾਜ ਸੰਸਾਰ ਦੇ ਜੀਵਾਂ ਨੂੰ ਸਮਝਾਉਂਦਿਆਂ ਹੋਇਆਂ ਇਹ ਬਚਨ ਕਰਦੇ ਨੇ, ਦੁਨੀਆ ਦੇ ਲੋਗੋ ਸੰਸਾਰ ਜਿਹੜਾ ਹੈ ਇਸ ਅੰਦਰ ਆਨੰਦ ਹੈ, ਇਸ ਅੰਦਰ ਖੇੜਾ ਹੈ, ਇਸ ਅੰਦਰ ਆਤਮਕ ਸਕੂਨ ਹੈ, ਇਹਦੇ ਅੰਦਰ ਪ੍ਰਭੂ ਦੇ ਮਿਲਾਪ ਦਾ ਮਾਰਗ ਹੈ। ਇਸ ਸੰਸਾਰ ਅੰਦਰ ਰਹਿ ਕੇ ਹੀ ਨਿਰੰਕਾਰ ਨੂੰ ਮਿਲਿਆ ਜਾ ਸਕਦਾ ਹੈ। ਇਸ ਸਰੀਰ ਨੂੰ ਪਾ ਕੇ ਹੀ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਅਗਰ ਸਰੀਰ ਨਹੀਂ, ਅਗਰ ਸੰਸਾਰ ਨਹੀਂ ਤੇ ਨਿਰੰਕਾਰ ਨੂੰ ਵੀ ਮਿਲਿਆ ਨਹੀਂ ਜਾਣਾ। ਉਹਦੇ ਮਿਲਣ ਵਾਸਤੇ ਇਹ ਜ਼ਰੂਰੀ। ਮਹਾਰਾਜ ਮੇਰ ਕਰਦੇ ਸੰਸਾਰ ਦੇ ਅੰਦਰ ਆ ਕੇ ਕੁਝ ਜੀਵਾਂ ਦੇ ਮਨ ਬੁੱਧ ਨੇਤਰਾਂ ਦੇ ਉੱਪਰ ਅਗਿਆਨਤਾ ਦਾ ਪਰਦਾ ਪੈ ਗਿਆ। ਉਹਨਾਂ ਨੂੰ ਸੰਸਾਰ ਅੰਦਰ ਨਿਰੰਕਾਰ ਨਜ਼ਰ ਨਹੀਂ ਆਇਆ। ਮਹਾਰਾਜ ਕਬੀਰ ਸਾਹਿਬ ਕਹਿੰਦੇ ਸੰਸਾਰ ਸਮੁੰਦਰ ਜਿਹੜਾ ਹੈ ਇਹ ਗਿਆਨ ਨਾਲ, ਬਖਸ਼ਿਸ਼ਾਂ ਨਾਲ, ਆਨੰਦ ਨਾਲ, ਖੁਸ਼ੀਆਂ ਨਾਲ, ਖੇੜਿਆਂ ਨਾਲ ਲਬਾ ਲਬ ਭਰਿਆ ਹੋਇਆ ਹੈ। ਹੇ ਜੀਵ, ਤੂੰ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਜਪਨ ਰੂਪ ਸੰਸਾਰ ਦੇ ਵਿੱਚੋਂ ਪੀਣਾ ਕਰ, ਛਕਣਾ ਕਰ। ਮਗਰ ਬਹੁਤਾਤ ਅੰਦਰ ਲੋਕਾਈ ਜਿਹੜੀ ਹੈ
ਸ਼ਾਂਤੀ ਸਾਰੇ ਚਾਹੁੰਦੇ ਨੇ, ਸਕੂਨ ਸਾਰੇ ਚਾਹੁੰਦੇ ਨੇ, ਠਰਮਾ ਸਾਰੇ ਚਾਹੁੰਦੇ ਨੇ, ਪਰ ਬੰਦਗੀ ਕਰਨ ਵਾਸਤੇ, ਇਬਾਦਤ ਕਰਨ ਵਾਸਤੇ, ਪ੍ਰਭੂ ਨੂੰ ਆਰਾਧਨ ਵਾਸਤੇ ਕੋਈ ਵੀ ਤਿਆਰ ਨਹੀਂ। ਮਹਾਰਾਜ ਸਾਹਿਬ ਮਿਹਰ ਕਰਦੇ, ਭਰਿਆ ਹੋਇਆ ਸੰਸਾਰ ਨਿਰੰਕਾਰ ਦੀ ਬਖਸ਼ਿਸ਼ ਦੇ ਨਾਲ ਹੈ। ਮਹਾਰਾਜ ਸਾਹਿਬ ਕਹਿੰਦੇ, ਕਬੀਰ ਪਾਲ ਸਮੂਹਾ ਸਰਵਰ ਭਰਾ, ਪੀ ਨਾ ਸਕੈ ਕੋਈ ਨੀਰ। ਇਹ ਬਖਸ਼ਿਸ਼ਾਂ ਦੇ ਨਾਲ ਭਰਿਆ ਹੋਇਆ ਤਲਾਬ ਹੈ। ਇਹ ਬਖਸ਼ਿਸ਼ਾਂ ਦੇ ਨਾਲ, ਰਹਿਮਤਾਂ ਦੇ ਨਾਲ, ਆਨੰਦ ਦੇ ਨਾਲ, ਖੇੜੇ ਦੇ ਨਾਲ ਭਰਿਆ ਹੋਇਆ ਸੰਸਾਰ ਹੈ। ਇਹਦੇ ਵਿੱਚੋਂ ਕੋਈ ਪੀ ਨਹੀਂ ਸਕਦਾ, ਕਿਉਂਕਿ ਪਰਮਾਤਮਾ ਨੂੰ ਜਾਣਦਾ ਨਹੀਂ, ਪਰਮਾਤਮਾ ਨਾਲ ਸੰਬੰਧ ਜੁੜਿਆ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਗ ਵੱਡੇ ਤੈ ਪਾਇਓ। ਜਿਨ੍ਹਾਂ ਦੇ ਵੱਡੇ ਭਾਗ ਨੇ, ਉਹਨਾਂ ਪ੍ਰਭੂ ਨੂੰ ਸੰਸਾਰ ਵਿੱਚੋਂ, ਨਿਰੰਕਾਰ ਨੂੰ ਪਾਉਣਾ ਕੀਤਾ। ਉਹ ਭਗਤ, ਉਹ ਗੁਰਸਿੱਖ, ਉਹ ਸਾਧੂ ਜਨ, ਉਹ ਰਿਸ਼ੀਵਰ, ਉਹ ਸੰਤ ਜਨ, ਜਿਨ੍ਹਾਂ ਨੇ ਭਾਗ ਵੱਡੇ ਤੈ ਪਾਇਓ, ਵੱਡੇ ਭਾਗਾਂ ਦੇ ਨਾਲ ਪਰਮਾਤਮਾ ਨੂੰ ਪਾਉਣਾ ਕੀਤਾ ਹੈ। ਮਹਾਰਾਜ ਸਾਹਿਬ ਕਹਿੰਦੇ ਨੇ, ਜਦੋਂ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੋਇਆ ਤੇ ਫਿਰ ਸਾਹਿਬ ਪਾਵਨ ਬਚਨ ਕਰਦੇ ਨੇ, ਤੂੰ ਭਰ ਭਰ ਪੀਓ ਕਬੀਰ। ਉਹ ਕਬੀਰ ਵੱਡਾ ਜਿਹੜਾ ਪਰਮਾਤਮਾ ਹੈ ਨਾ, ਜਿਹੜੇ ਨਿਰੰਕਾਰ ਨੇ ਸੰਸਾਰ ਨੂੰ ਬਣਾ ਕੇ ਸੰਸਾਰ ਦੇ ਵਿੱਚ ਆਪ ਵਸਣਾ ਕੀਤਾ ਹੈ। ਮਹਾਰਾਜ ਸਾਹਿਬ ਕਹਿੰਦੇ, ਦੇ ਆਨੰਦ ਨੂੰ ਬੁੱਕ ਭਰ ਭਰ ਕੇ ਪੀ, ਡੀਕਾਂ ਲਾ ਲਾ ਕੇ ਪੀ, ਉਹਦੇ ਆਨੰਦ ਨੂੰ ਮਾਣ, ਔਰ ਆਨੰਦ ਨੂੰ ਮਾਣਦਾ ਹੋਇਆ ਪ੍ਰਭੂ ਦੇ ਵਿੱਚ ਮਿਲ ਜਾਵੇਂ। ਸੱਚੀ ਸਰਕਾਰ ਮਿਹਰ ਕਰਦੇ ਨੇ, ਸੰਸਾਰ ਅੰਦਰ ਨਿਰੰਕਾਰ ਨੂੰ ਤੂੰ ਜਪ ਲੈ। ਜਿਹੜੀ ਇਹ ਜ਼ਿੰਦਗੀ ਆ, ਜਿਹੜਾ ਇਹ ਜੀਵਨ ਹੈ, ਸੰਸਾਰ ਦੇ ਅੰਦਰ ਅਸੀਂ ਜਿਉਨੇ ਹਾਂ। ਮਹਾਰਾਜ ਕਬੀਰ ਸਾਹਿਬ ਕਹਿੰਦੇ ਨੇ, ਭਲਿਆ ਇਹ ਦਿਨ ਬਾ ਦਿਨ ਨਾ ਘਟਦਾ ਜਾ ਰਿਹਾ। ਕਿਵੇਂ ਘਟਦਾ ਹੈ? ਮਹਾਰਾਜ ਕਬੀਰ ਸਾਹਿਬ ਕਹਿੰਦੇ, ਕਬੀਰ ਪ੍ਰਭਾਤੇ ਤਾਰੇ ਖਿਸਹਿ, ਤਿਉ ਇਹੋ ਖਿਸਹਿ ਸਰੀਰ। ਕਹਿ ਲੱਗੀ, ਰਾਤ ਨੂੰ ਤਾਰੇ ਹਨੇਰੇ ਦੇ ਵਿੱਚ ਟਿਮਟਮਾਉਂਦੇ ਨੇ ਤੇ ਨਜ਼ਰ ਆਉਂਦੇ ਨੇ। ਜਿਵੇਂ ਜਿਵੇਂ ਦਿਨ ਚੜ੍ਹਦਾ ਆਉਂਦਾ ਹੈ ਨਾ, ਉਵੇਂ ਉਵੇਂ ਤਾਰੇ ਆਲੋਪ ਹੁੰਦੇ ਆ, ਅਸਮਾਨ ਦੇ ਵਿੱਚੋਂ ਖਿਸਕਦੇ ਜਾਂਦੇ ਨੇ, ਟੁਰ ਜਾਂਦੇ ਨੇ, ਆਲੋਪ ਹੋ ਜਾਂਦੇ। ਕਹਿਣ ਲੱਗੀ, ਹੇ ਭਲਿਆ, ਸੰਸਾਰ ਦੇ ਵਿੱਚ ਸੂਰਜ ਉਦੇ ਹੋਣ ਤੇ ਤਾਰੇ ਖਤਮ ਹੋ ਜਾਂਦੇ ਨੇ। ਕਹਿੰਦੇ, ਤੇਰੇ ਜੀਵਨ ਅੰਦਰ ਜਿਵੇਂ ਪ੍ਰਭਾਤ ਆਉਣ ਤੇ ਤਾਰੇ ਖਿਸਕ ਜਾਂਦੇ ਨੇ, ਤੇਰੇ ਹੱਥੋਂ ਸਜਣਾ ਔਰ ਜੀਵਨ ਅਗਿਆਨਤਾ ਦੇ ਅੰਧਕਾਰ ਵਿੱਚ ਰੋਜ਼ ਖਿਸਕਦਾ ਜਾ ਰਿਹਾ ਹੈ, ਰੋਜ਼ ਅੱਗੇ ਨੂੰ ਵੱਧਦਾ ਜਾ ਰਿਹਾ ਹੈ। ਜਿਵੇਂ ਰਾਤ ਬਤੀਤ ਹੁੰਦੀ ਹੈ ਨਾ, ਦਿਨ ਚੜ੍ਹਾਓ ਵੱਲ ਨੂੰ ਆਉਂਦਾ ਸਮਾਂ ਘਟਦਾ ਹੈ ਤੇ ਤਾਰਿਆਂ ਦਾ ਸਮਾਂ ਖਿਸਕਣ ਦਾ, ਅਲੋਪ ਹੋਣ ਦਾ, ਨਸ਼ਟ ਹੋਣ ਦਾ ਨਜ਼ਦੀਕ ਆਉਂਦਾ ਜਾਂਦਾ ਹੈ। ਮਹਾਰਾਜ ਸਾਹਿਬ ਕਹਿੰਦੇ, ਸਜਣਾ, ਔਰ ਜਿਵੇਂ ਜਿਵੇਂ ਤੇਰੀ ਜ਼ਿੰਦਗੀ ਦੀ ਰਾਤ ਬਸਰ ਹੁੰਦੀ ਹੈ, ਤੇਰਾ ਜੀਵਨ ਰੂਪੀ ਤਾਰਿਆਂ ਦੀ ਨੁਮਾ, ਤੇਰਾ ਜੀਵਨ ਅਲੋਪ ਹੁੰਦਾ ਜਾ ਰਿਹਾ ਹੈ। ਰਾਤ ਬਾ ਦਿਨ ਕਰਕੇ ਜਿਵੇਂ ਤਾਰੇ ਖਿਸਕਦੇ ਨੇ, ਤੇਰੇ ਹੱਥੋਂ ਤੇਰਾ ਜੀਵਨ ਖਿਸਕਦਾ ਹੈ। ਨੇਤਰਾਂ ਦੀ ਜੋਤ ਘਟਦੀ ਆ, ਕੰਨਾਂ ਦੀ ਸਰੋਤ ਰੋਜ਼ ਘਟਦੀ ਆ, ਜ਼ੁਬਾਨ ਦੇ ਬੋਲ ਘਟਦੇ ਜਾਂਦੇ ਨੇ, ਹੱਥਾਂ ਦੀ ਤਾਕਤ ਘਟਦੀ ਆ, ਲੱਤਾਂ ਪੈਰਾਂ ਦੀ ਤਾਕਤ ਘਟਦੀ ਆ। ਜਿਹੜੇ ਲੱਤਾਂ ਦੇ ਨਾਲ ਮਨੁੱਖ ਕਦੇ ਦੌੜ ਕੇ, ਕਦੇ ਆਪਣੇ ਨਗਰ ਵਿੱਚੋਂ, ਕਦੇ ਪੂਰੇ ਦੇਸ਼ ਵਿੱਚੋਂ ਪਹਿਲੇ ਨੰਬਰ ਤੇ ਆਉਣ ਵਾਲਾ ਸੀ ਨਾ, ਜਿਹਨੇ ਸੋਨ ਤਕਮੇ ਜਿੱਤੇ, ਇੱਕ ਦਿਨ ਉਹ ਵੀ ਆ ਜਾਂਦਾ ਹੈ। ਉਹਨਾਂ ਕਦਮਾਂ ਦੇ ਨਾਲ ਜਲਦੀ ਸੜਕ ਪਾਰ ਨਹੀਂ ਹੁੰਦੀ,
ਉਹ ਵੀ ਸੜਕ ਪਾਰ ਕਰਨ ਨੂੰ ਵੀ ਤਰਸਦਾ ਹੈ, ਕੋਈ ਦੂਜਾ ਉਹਨੂੰ ਪਕੜ ਕੇ ਪਾਰ ਲੰਘਾਉਂਦਾ ਹੈ। ਮਹਾਰਾਜ ਸਾਹਿਬ ਕਹਿੰਦੇ ਕਦਮਾਂ ਦੀ ਤੋਰ ਘਟੀ, ਕੰਨਾਂ ਦੀ ਸਰੋਤ ਘਟੀ, ਨੇਤਰਾਂ ਦੀ ਜੋਤ ਘਟੀ, ਜ਼ੁਬਾਨ ਜਿਹੜੀ ਇਥਤ ਖਲਾਉਣ ਲੱਗ ਪਈ। ਸੱਜਣਾ ਸਾਰਾ ਤਨ ਘਟਦਾ ਪਿਆ, ਜਿਵੇਂ ਜਿਵੇਂ ਪ੍ਰਭਾਤ ਹੁੰਦੀ, ਦਿਨ ਚੜ੍ਹਦਾ ਤੇ ਤਾਰਿਆਂ ਦੇ ਜਾਣ ਦਾ ਸਮਾਂ ਨੇੜੇ ਆਉਂਦਾ ਹੈ, ਰਾਤ ਬਸਰ ਹੋਣ ਤੇ ਜਿਵੇਂ ਜਿਵੇਂ ਤੇਰੀ ਜ਼ਿੰਦਗੀ ਬਸਰ ਹੁੰਦੀ ਜਾਂਦੀ ਹੈ ਨਾ ਸੱਜਣਾ, ਇਹਨਾਂ ਨੇਤਰਾਂ ਦੇ, ਇਹਨਾਂ ਇੰਦਰੀਆਂ ਦੇ ਵੀ ਜਾਣ ਦਾ ਘਟਣ ਦਾ ਐਸਾ ਸਮਾਂ ਆਉਂਦਾ ਹੈ। ਇੱਕ ਦਿਨ ਤੇਰੇ ਤਨ ਨੇ ਔਰ ਜਿਹੜਾ ਤੇਰਾ ਤਿਆਗ ਕਰ ਦੇਣਾ ਹੈ, ਇਹ ਤਨ ਨੇ ਵੀ ਤੇਰੇ ਨਾਲ ਨਹੀਂ ਰਹਿਣਾ। ਕਦੇ ਤੈਨੂੰ ਇਹ ਸਮਝ ਆ ਜਾਵੇ ਕਿ ਜਿਵੇਂ ਰਾਤ ਬਸਰ ਹੁੰਦੀ, ਜ਼ਿੰਦਗੀ ਬਸਰ ਹੁੰਦੀ ਜਾ ਰਹੀ, ਜਿਵੇਂ ਤਾਰੇ ਅਲੋਪ ਹੁੰਦੇ ਨੇ, ਪਤਾ ਨਹੀਂ ਕਿੰਨੇ ਕੁ ਗੁਣੀ ਜਨ ਸੰਸਾਰ ਵਿੱਚ ਆਏ, ਸਿਆਣੇ ਲੋਕ ਆਏ, ਉਹ ਇਹਨਾਂ ਤਾਰਿਆਂ ਦੀ ਨੁਮਾ ਸੰਸਾਰ ਤੋਂ ਛੋਪਲੇ ਹੋ ਗਏ। ਉਹ ਅੱਜ ਤੱਕ ਉਹਨਾਂ ਦੀਆਂ ਗੱਲਾਂ ਤਾਂ ਜ਼ਰੂਰ ਕਰਦੇ ਆ, ਪਰ ਉਹ ਕਿਤੇ ਦਿਖਾਈ ਨਹੀਂ ਜੇ ਦਿੰਦੇ। ਉਹਨਾਂ ਦੀਆਂ ਗੱਲਾਂ ਨੇ, ਫਲਾਨਾ ਆਦਮੀ ਬੜਾ ਸਿਆਣਾ ਹੁੰਦਾ ਸੀ, ਫਲਾਨਾ ਬੜਾ ਗੁਣਵਾਨ ਸੀ, ਉਹਦੇ ਕੋਲ ਬੜੀ ਲਿਆਕਤ ਗੁਣ ਸੀ, ਪਰ ਪਿਆਰਿਓ ਉਹ ਕਿਤੇ ਨਹੀਂ ਥਿਆਉਂਦੇ। ਇੱਕ ਦਿਨ ਸਜਣਾ ਤੂੰ ਵੀ ਸੰਸਾਰ ਤੇ ਥਿਆਉਣਾ ਨਹੀਂ, ਇਸ ਕਰਕੇ ਆਪਣੇ ਆਪ ਨੂੰ ਔਰ ਸਜਣਾ ਪਰਮਾਤਮਾ ਵੱਲ ਨੂੰ ਟੋਰ। ਮਹਾਰਾਜ ਕਹਿੰਦੇ ਇਹ ਜ਼ਿੰਦਗੀ ਰੂਪੀ ਰਾਤ ਅੰਦਰ ਰਹਿੰਦਿਆਂ, ਇਹ ਜੀਵਨ ਸਰੀਰ ਕਾਇਆ ਵਿੱਚ ਰਹਿੰਦਿਆਂ, ਮਹਾਰਾਜ ਕਹਿੰਦੇ ਇਹ ਦੋਏ ਅੱਖਰ ਨਾ ਖਿਸੈ ਔਰ ਦੋ ਅੱਖਰ ਜ਼ਿੰਦਗੀ ਦੇ ਅੰਦਰ ਵਸ ਗਏ। ਮਹਾਰਾਜ ਕਬੀਰ ਸਾਹਿਬ ਉਹ ਕਿਹੜੇ ਅੱਖਰ ਨੇ ਜਿਹੜੇ ਜ਼ਿੰਦਗੀ ਦੇ ਅੰਦਰ ਵਾਸਾ ਕਰ ਗਏ, ਜਿਹੜੇ ਤੇਰੇ ਕੋਲੋਂ ਖਿਸਕੇ ਨਹੀਂ। ਦੇਖੋ ਅੱਖਾਂ ਦੀ ਜੋਤ ਖਿਸਕਦੀ ਆ, ਕੰਨਾਂ ਦੀ ਸਰੋਤ, ਬੋਲ ਔਰ ਕਦਮਾਂ ਦਾ ਚੱਲਣਾ, ਸਭ ਕੁਝ ਖਿਸਕਦਾ ਘਟਦਾ ਹੈ। ਮਹਾਰਾਜ ਸਾਹਿਬ ਕਹਿੰਦੇ ਇਹ ਦੋ ਅੱਖਰ ਜਿਹੜੇ ਜੀਵਨ ਵਿੱਚ ਘਰ ਕਰ ਗਏ ਨਾ, ਮਹਾਰਾਜ ਕਹਿੰਦੇ ਉਹ ਨਹੀਂ ਖਿਸਕੇ ਮੇਰੇ ਕੋਲ, ਉਹ ਨਾਲ ਤੁਰਨਾ ਕੀਤਾ। ਉਹ ਕਿਹੜੇ ਨੇ? ਮਹਾਰਾਜ ਕਬੀਰ ਸਾਹਿਬ ਕਹਿੰਦੇ ਨੇ ਸਜਣਾ ਸੰਸਾਰ ਦੇ ਅੰਦਰ ਆਏ ਇਹ ਦੋਏ ਅੱਖਰ ਨਾ ਖਿਸੈ, ਸੋ ਗਹਿ ਰਿਓ ਕਬੀਰ, ਜੋ ਕਰੀ ਕਬੀਰ ਨੇ ਜੀਵਨ ਅੰਦਰ ਗ੍ਰਹਿਣ ਕਰ ਲੈਣਾ, ਜਿਹੜੇ ਪਕੜ ਲੈਣਾ ਕੀਤੇ ਗ੍ਰਹਿਣ ਕਰ ਲਏ, ਉਹ ਦੋ ਅੱਖਰ ਜੀਵਨ ਦੇ ਨਾਲ ਇੱਥੇ ਵੀ ਨਿਭੇ, ਅੱਗੇ ਵੀ ਨਾਲ ਗਏ। ਉਹ ਕਿਹੜੇ ਸੀ? ਭਗਵਾਨ ਦਾ ਨਾਮ। ਉਹ ਨਾਮ ਇੱਥੇ ਵੀ ਨਾਲ ਰਿਹਾ, ਉਹ ਘਟਿਆ ਨਹੀਂ, ਜਿਵੇਂ ਖਰਚਿਆ ਉਹ ਵਧਿਆ। ਉਹ ਤਨ ਛੱਡਣ ਦੇ ਨਾਲ ਉਹਨੇ ਦੂਰੀ ਨਹੀਂ ਬੁੰਡਾਈ, ਉਹ ਆਤਮਾ ਦਾ, ਜੀਵਾਤਮਾ ਦਾ ਹਿੱਸਾ ਬਣਿਆ। ਤੇ ਜਦੋਂ ਤਨ ਨੂੰ ਛੱਡ ਕੇ ਇਸ ਜਦ ਅੰਦਰਲਾ ਆਤਮਾ ਟੁਰਿਆ ਨਾ, ਤੇ ਅੱਗੇ ਅੰਧਕਾਰ ਨਜ਼ਰ ਆਇਆ। ਸਾਹਿਬ ਕਹਿੰਦੇ ਉਹ ਇਹਦੇ ਲਈ ਚਿਰਾਗ ਬਣ ਗਿਆ, ਇਹਦੇ ਲਈ ਚਾਨਣਾ ਬਣ ਗਿਆ, ਇਹਦੇ ਲਈ ਲਾਈਟ ਬਣ ਕੇ ਉਹ ਨਾਮ, ਉਹ ਦੋ ਅੱਖਰ ਨਾਮ ਦੇ ਜਿਹੜੇ ਹਿਰਦੇ ਵਿੱਚ ਵਸਾਏ ਨਾ, ਉਹ ਅੱਗੇ ਤੁਰੇ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਜਿਹ ਪੈਡੇ ਮਹ ਅੰਧ ਗੁਬਾਰਾ, ਉਹ ਜਿਹੜੇ ਦੋ ਅੱਖਰ ਜਿਉਂਦੇ ਜੀ ਹਿਰਦੇ ਅੰਦਰ ਗ੍ਰਹਿਣ ਕਰ ਲਏ, ਜਿਨ੍ਹਾਂ ਨੂੰ ਟਿਕਾ ਲਿਆ, ਜਿਨ੍ਹਾਂ ਨੂੰ ਜਪ ਲਿਆ, ਦੁਨੀਆ ਨੂੰ ਜਪਾ ਲਿਆ। ਮਹਾਰਾਜ ਸਾਹਿਬ ਕਹਿੰਦੇ ਉਹ ਦੋ ਅੱਖਰ ਜਿਹੜੇ ਰੱਬ ਦੇ ਨਾਮ ਦੇ ਸਨ, ਮਹਾਰਾਜ ਕਹਿੰਦੇ ਜਿਹ ਪੈਡੀ ਮਹ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਇੱਥੇ ਵੀ ਤੇਰੇ ਲਈ ਪ੍ਰਕਾਸ਼ਮਈ ਰਿਹਾ, ਇੱਥੇ ਵੀ ਤੈਨੂੰ ਅਗਿਆਨ ਤੋਂ ਬਚਾ ਕੇ ਰੱਖਿਆ। ਤੇ ਜਿੱਦਨ ਆਤਮਾ ਨੇ ਇਹ ਤਨ ਦਾ, ਇਹ ਕਾਇਆ ਦਾ ਸਾਥ ਛੱਡਿਆ ਨਾ, ਤੇ ਆਤਮਾ ਅੱਗੇ ਨੂੰ ਸਫ਼ਰ ਕਰਨ ਲੱਗਾ। ਮਹਾਰਾਜ ਕਹਿੰਦੇ ਉਹ ਦੋ ਅੱਖਰ ਜਿਹੜੇ ਗ੍ਰਹਿਣ ਕੀਤੇ ਸੀ, ਨਾਮ ਜਪਿਆ ਸੀ ਨਾ, ਉਹ ਜੋਤ ਬਣ ਕੇ ਅੱਗੇ ਇਹਦੇ ਲਈ ਪ੍ਰਕਾਸ਼ ਚਾਨਣ ਮੁਨਾਰਾ ਬਣ ਕੇ ਇਹਨੂੰ ਮਾਰਗ ਦਿਖਾ ਦੀ ਗਈ।
ਕਦੇ ਉਲਝਿਆ ਨਾ। ਮਾਲਕ ਤੱਕ ਉਹ ਜੋਤ ਲੈ ਕੇ ਗਈ ਤੇ ਜਦੋਂ ਉਹ ਜੋਤ ਨੇ ਲਿਜਾ ਕੇ ਉਸ ਜੋਤੀ ਸਰੂਪ ਪਰਮਾਤਮਾ ਵਿੱਚ ਮਿਲਾਤਾ, ਉਦਣ ਆਤਮਕ ਤੌਰ ਤੇ ਇਹ ਸੰਪੂਰਨ ਹੋਇਆ, ਜਿਹਨੂੰ ਮਹਾਰਾਜ ਕਹਿੰਦੇ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਫਿਰ ਰੱਬ ਵਿੱਚ ਮਿਲ ਕੇ ਸੰਪੂਰਨ ਹੈ। ਉਹ ਭਗਵਾਨ ਦਾ ਨਾਮ ਅੱਗੇ ਨਾਲ ਤੁਰਦਾ ਹੈ। ਮਹਾਰਾਜ ਕਹਿੰਦੇ ਇੱਥੇ ਹੀ ਬਸ ਨਹੀਂ, ਔਰ ਜਿਹੜੇ ਰਸਤੇ ਤੇ ਤੂੰ ਤੁਰਨਾ ਹੈ ਉੱਥੇ ਤੈਨੂੰ ਭੁੱਖ ਨੇ ਪਿਆਸ ਨੇ ਤੜਫਾਉਣਾ ਹੈ। ਮਹਾਰਾਜ ਸਾਹਿਬ ਕਹਿੰਦੇ ਹਰ ਕਾ ਨਾਮ ਉਹਾਂ ਸੰਗ ਤੋਸਾ, ਉੱਥੇ ਤੇਰਾ ਭੋਜਨ ਹੋਵੇਗਾ, ਤੇਰੀ ਭੁੱਖ ਵੀ ਮਿਟਾਏਗਾ, ਤੇਰੀ ਪਿਆਸ ਵੀ ਮਿਟਾਏਗਾ। ਤੇ ਮਹਾਰਾਜ ਸਾਹਿਬ ਕਹਿੰਦੇ ਕਿ ਯਾਦ ਰੱਖੀ, ਦੁਨੀਆ ਦੇ ਰਿਸ਼ਤੇ ਜਿੰਨੇ ਨਜ਼ਦੀਕੀ ਆ, ਜਿੰਨੇ ਅਸਾਂ ਨੇ ਬਣਾਏ ਆ ਤੇ ਉਹਨਾਂ ਨੂੰ ਅਪਣਾਇਆ ਹੈ, ਉਹ ਕੇਵਲ ਤੇ ਕੇਵਲ ਔਰ ਸ਼ਮਸ਼ਾਨ ਭੂਮੀ ਤੱਕ ਸਰੀਰ ਦੇ ਨਾਲ ਨਿਭਣਗੇ। ਜਦ ਸਰੀਰ ਨੂੰ ਚਿਖਾ ਤੇ ਧਰਤਾ ਔਰ ਇਹਨੂੰ ਕਬਰ ਪੁੱਟ ਕੇ ਸਬੁਰਦੇ ਖਾਕ ਕਰਤਾ, ਉਸ ਵੇਲੇ ਸਾਰੇ ਦੇ ਸਾਰੇ ਵਾਪਸ ਆ ਜਾਣਗੇ। ਉਦੋਂ ਅੱਗੇ ਕੋਈ ਨਹੀਂ ਜੇ ਤੁਰਦਾ, ਨਾ ਧੀ ਨਾ ਪੁੱਤਰ ਨਾ ਪਤੀ ਨਾ ਪਤਨੀ ਨਾ ਅੰਗ ਨਾ ਸਾਕ, ਕੋਈ ਵੀ ਨਾਲ ਨਹੀਂ ਟੁਰਦਾ। ਮਹਾਰਾਜ ਕਹਿੰਦੇ ਸਜਣਾ, ਜੇ ਤੂੰ ਨਾਮ ਜਪਿਆ ਹੋਇਆ ਨਾ, ਇੱਥੋਂ ਤੱਕ ਮਨੁੱਖ ਦਾ ਆਪਣਾ ਸਰੀਰ ਵੀ ਅੱਗੇ ਨਹੀਂ ਜਾਂਦਾ। ਸਰੀਰ ਚਿਖਾ ਤੇ ਧਰਿਆ, ਉਹਨੂੰ ਅਗਨੀ ਦਾ ਕਰਤਾ ਹੈ, ਉਹ ਸੜ ਕੇ ਸਵਾਹ ਰਾਖ ਹੋ ਗਿਆ ਹੈ। ਔਰ ਇੱਕ ਨੂੰ ਕਬਰ ਪੱਟ ਕੇ ਵਿੱਚ ਧਰ ਦਿੱਤਾ, ਉਹ ਐਸਤਾ ਖਾਕ ਮਿੱਟੀ ਹੋ ਗਿਆ। ਸਰੀਰ ਇੱਥੇ ਗਲ ਪਲ ਕੇ ਮਿੱਟੀ ਹੋ ਗਿਆ, ਸੜ ਕੇ ਰਾਖ ਹੋ ਗਿਆ। ਹੁਣ ਅਗਲਾ ਸਫ਼ਰ ਹੈ ਆਤਮਾ ਦਾ। ਮਹਾਰਾਜ ਕਹਿੰਦੇ ਦੇਖ, ਤੇਰੇ ਨਾਲ ਤੇਰਾ ਤਨ ਵੀ ਸਾਥ ਨਾ ਦਿੱਤਾ। ਉਹਨੂੰ ਮਹਾਰਾਜ ਨੇ ਬਾਣੀ ਅੰਦਰ ਕਿਹਾ ਕਿ ਜੋ ਉਪਜਿਓ ਸੰਗ ਹੀ ਸੋ ਭੀ ਸੰਗ ਨਾ ਹੁਆ। ਜਿਹੜਾ ਨਾਲ ਪੈਦਾ ਹੋਇਆ ਸੀ ਨਾ, ਪੈਦਾ ਹੋਣ ਵੇਲੇ ਸਰੀਰ ਆਇਆ ਸੀ, ਜਾਣ ਵੇਲੇ ਨਾਲ ਨਹੀਂ ਟੁਰਿਆ। ਤੇਰੇ ਨਾਲ ਕੀ ਟੁਰੇਗਾ? ਮਹਾਰਾਜ ਕਹਿੰਦੇ ਉਹ ਆ ਪ੍ਰਭੂ ਦਾ ਨਾਮ। ਜੋ ਮਹਾਰਾਜ ਕਬੀਰ ਸਾਹਿਬ ਕਹਿੰਦੇ ਨਾ ਕਿ ਦੋ ਅੱਖਰ ਜਿਹੜੇ ਸੋ ਗਹਿ ਰਹੇ ਕਬੀਰ, ਕਬੀਰ ਨੇ ਉਹ ਦੋ ਅੱਖਰ ਗ੍ਰਹਿਣ ਕੀਤੇ, ਹਿਰਦੇ ਦੇ ਅੰਦਰ ਵਸਾਏ, ਜਿਹੜੇ ਇੱਥੇ ਵੀ ਨਾਲ ਚੱਲਦੇ ਨੇ, ਇੱਥੇ ਵੀ ਮਾਨ ਤੇ ਸਨਮਾਨ ਅਦਬ ਕਰਾਉਂਦੇ ਨੇ। ਤੇ ਜਿੱਦਣ ਇਹ ਤਨ ਨੂੰ, ਜਿੱਦਣ ਇਹ ਪਰਿਵਾਰ ਕਾਰੋਬਾਰ ਘਰ ਸੰਸਾਰ ਸਰੀਰ ਨੂੰ ਛੱਡ ਕੇ ਟੁਰਦਾ ਹੈ, ਉਹ ਦੋ ਅੱਖਰ ਜਿਹੜੇ ਜ਼ਿੰਦਗੀ 'ਚ ਜਪੇ ਹੋਏ ਹਨ, ਆਰਾਧਿਆ ਹੋਇਆ ਰੱਬ ਦੇ ਨਾਮ ਨੂੰ, ਉਹ ਨਾਲ ਚੱਲਦੇ। ਮਹਾਰਾਜ ਕਹਿੰਦੇ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਉਹ ਜਿਹੜਾ ਨਾਮ ਇੱਥੇ ਵੀ ਸਹਾਇਤਾ ਕਰਦਾ ਹੈ, ਅੱਗੇ ਵੀ ਨਾਲ ਸਹਾਇਤਾ ਕਰਦਾ ਹੈ, ਪ੍ਰਭੂ ਨਾਲ ਮਿਲਾਉਂਦਾ ਹੈ, ਪਿਆਸ ਮਿਟਾਉਂਦਾ ਹੈ, ਭੁੱਖ ਮਿਟਾਉਂਦਾ ਹੈ, ਚਾਨਣ ਮੁਨਾਰਾ ਬਣ ਕੇ ਤੁਰਦਾ ਹੈ, ਇੱਥੇ ਅਦਬ ਤੇ ਸਤਿਕਾਰ ਕਰਾਉਂਦਾ ਹੈ। ਮਹਾਰਾਜ ਕਬੀਰ ਸਾਹਿਬ ਕਹਿੰਦੇ ਸੋ ਉਹ ਨਾਮ, ਉਹ ਭਗਵਾਨ ਦੇ ਨਾਮ ਦੇ ਅੱਖਰ ਗਹਿ ਰਹੇ ਕਬੀਰ, ਉਹਨਾਂ ਨੂੰ ਕਬੀਰ ਨੇ ਗ੍ਰਹਿਣ ਕੀਤਾ ਹੈ ਤੇ ਨਾਲ ਇਹ ਸੰਦੇਸ਼ ਦਿੱਤਾ ਹੈ ਕਿ ਨਾਲ ਨਿਭਣ ਵਾਲਾ ਜੇ ਨਾਮ, ਦੁਨੀਆ ਦੇ ਲੋਗੋ ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਨਿਰੰਕਾਰ ਦਾ ਨਾਮ ਜ਼ਰੂਰ ਜਪਿਆ ਕਰੋ, ਪਰਮਾਤਮਾ ਨੂੰ ਜ਼ਰੂਰ ਆਰਾਧਿਆ ਕਰੋ। ਤੁਹਾਡੇ ਜੀਵਨ ਦੀ ਬੇੜੀ ਜਿਹੜੀ ਆ ਨਾ, ਉਹ ਨਾਮ ਨੇ ਪਾਰ ਲਾਉਣੀ ਜੇ, ਹੋਰ ਕਿਸੇ ਵਸਤੂ ਨੇ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ, ਨਹੀਂ ਤਾਂ ਸੰਸਾਰ ਵਿੱਚ ਆ ਜਿਹੜਾ ਸਰੀਰ ਹੈ ਸਜਣੋ, ਇਹਨੂੰ ਮਹਾਰਾਜ ਐਗਜ਼ਾਮਪਲ ਦੇ ਕੇ ਕਹਿੰਦੇ ਨੇ, ਔਰ ਸਾਰੇ ਦੇ ਸਾਰੇ ਲੋਕ ਇਕੱਠੇ ਹੋ ਗਏ ਤੇ ਉਹਨਾਂ ਨੇ, ਸਜਣਾ ਨੇ, ਵਿਚਾਰਵਾਨਾਂ ਨੇ, ਸਿਆਣਿਆਂ ਨੇ, ਵਿਦਵਾਨਾਂ ਨੇ ਇਕੱਠੇ ਹੋ ਕੇ ਬੈਠਣਾ ਕੀਤਾ। ਕਹਿ ਲੱਗੀ ਸਜਣੋ, ਜਿਹੜੇ ਇਕੱਠੇ ਹੋ ਕੇ ਆਏ ਉਹ ਬੈਠ ਗਏ ਵਿਚਾਰਧਾਰਾ ਕਰਨ ਲਈ। ਇੰਨੇ ਨੂੰ ਕੀ ਹੋਇਆ, ਦਾਲੇ ਦਾਲੇ ਅੱਗ ਲੱਗੀ, ਆਲੇ ਉਦਾਲੇ। ਉਹ ਅੱਗ
ਨੇੜੇ ਵੱਧਦੀ ਆਈ ਤੇ ਜਿਹੜੇ ਲੱਕੜ ਦੇ ਬਣਾਏ ਹੋਏ ਕਮਰੇ ਦੇ ਵਿੱਚ ਬੈਠੇ ਸਨ ਤੇ ਉਹਨੂੰ ਵੀ ਅੱਗ ਲੱਗ ਗਈ, ਉਹ ਵੀ ਸੜ ਗਿਆ। ਤੇ ਜਿਹੜੇ ਸਨ ਬੇਸਮਝ ਔਰ ਜਿਨ੍ਹਾਂ ਨੂੰ ਅਣਜਾਣ ਕਹਿੰਦੇ ਸਨ, ਉਹ ਭੱਜ ਗਏ, ਉਹ ਦੌੜ ਗਏ। ਤੇ ਜਿਹੜੇ ਸਨ ਸਿਆਣੇ ਕਹਿੰਦੇ ਸਨ ਸਾਨੂੰ ਅਕਲ ਬੜੀ, ਉਹ ਵਿਚਾਰਨ ਅੱਗ ਲਾਈ ਕਿਨੇ, ਅੱਗ ਲੱਗ ਕਿਵੇਂ ਗਈ, ਇੰਨੀ ਛੇਤੀ ਅੱਗ ਨਜ਼ਦੀਕ ਕਿਵੇਂ ਆਈ, ਇੰਨੀ ਛੇਤੀ ਅੱਗ ਦੀਆਂ ਉੱਚੀਆਂ ਲਪਟਾਂ ਕਿਵੇਂ ਆਈਆਂ। ਬਸ ਉਹ ਇਸੇ ਸੋਚ ਦੇ ਅੰਦਰ ਇੰਨੇ ਨੂੰ ਕੋਠੇ ਨੂੰ ਅੱਗ ਲੱਗੀ, ਸਾਰੇ ਦੇ ਸਾਰੇ ਵਿੱਚ ਹੀ ਸੜ ਗਏ। ਮਹਾਰਾਜ ਕਬੀਰ ਸਾਹਿਬ ਅੱਜ ਇਹੀ ਸਾਨੂੰ ਸਮਝਾਉਣ ਦਾ ਯਤਨ ਕਰਦੇ, ਕਹਿੰਦੇ ਕਬੀਰ ਕੋਠੀ ਕਾਠ ਕੀ ਦਹਿ ਦਿਸ ਲਾਗੀ ਆਗ। ਕਹਿੰਦੇ ਇੱਕ ਲੱਕੜਾਂ ਦੀ ਬਣੀ ਹੋਈ ਕੋਠੀ ਕਮਰਾ ਤੇ ਉਹਦੇ 10 ਦਿਸ਼ਾਵਾਂ ਤੇ ਅੱਗ ਲੱਗੀ ਹੈ। 4 ਦਿਸ਼ਾਵਾਂ ਅਸੀਂ ਮਤਲਬ ਸਮਝਦੇ ਆ ਨਾ, ਔਰ ਪੂਰਬ ਪੱਛਮ ਉੱਤਰ ਦੱਖਣ ਤੇ ਇੱਕ ਇੱਕ ਉਹਨਾਂ ਦੇ ਗੱਭੇ ਆ ਜਾਂਦੇ ਜਿਹੜੇ ਖਾਲੀ ਪਾਨੇ, ਔਰ 8 ਹੋ ਗਈਆਂ, ਇੱਕ ਧਰਤੀ ਤੇ ਇੱਕ ਅਸਮਾਨ, 10 ਦਿਸ਼ਾਵਾਂ ਵੱਲੋਂ ਅੱਗ ਲੱਗੀ ਹੋਈ ਹੈ। ਮਹਾਰਾਜ ਉਹ ਕੋਠੀ ਕਿਹੜੀ ਹੈ? ਮਹਾਰਾਜ ਸੱਚੇ ਪਾਤਸ਼ਾਹ ਕਬੀਰ ਸਾਹਿਬ ਨੇ ਕਿਹਾ ਲੱਕੜਾਂ ਦੀ ਕੋਠੀ ਕਿਹੜੀ। ਹੁਣ ਕਿਹੜੀ ਲੱਕੜਾਂ ਦੀ ਕੋਠੀ ਵਿੱਚ ਬੈਠੇ ਨੇ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਨ ਜੇ, ਜਿਹਨੂੰ ਮਹਾਰਾਜ ਸਾਹਿਬ ਨੇ ਕਿਹਾ ਨਾ ਕਿ ਕੇਸ ਔਰ ਕਬੀਰ ਹੱਡ ਜਲੇ ਜਿਉਂ ਲੱਕੜੀ ਕਾ ਤੂਲਾ। ਹੱਡ ਸੜਦੇ ਨੇ, ਹੱਡ ਮੱਚਦੇ ਪਏ ਨੇ ਜਿਵੇਂ ਲੱਕੜਾਂ ਦੀ ਪੰਡ ਹੋਵੇ। ਕੇਸ ਜਲੇ ਜਿਉਂ ਘਾਸ ਕਾ ਪੂਲਾ, ਜਿਵੇਂ ਘਾਹ ਆਦਿ ਸੜਦਾ ਹੈ ਨਾ, ਇਉਂ ਤਨ ਦੀ ਰੋਮਾਵਲੀ ਮੱਚ ਜਾਂਦੀ ਹੈ। ਔਰ ਹੱਡੀਆਂ ਤਨ ਇਉਂ ਸੜਦਾ ਜਿਵੇਂ ਲੱਕੜਾਂ ਮੱਚਦੀਆਂ ਹੋਣ। ਇਹਨਾਂ ਦਾ ਬਣਿਆ ਹੋਇਆ ਹੱਡੀਆਂ ਦਾ, ਰੋਮਾਵਲੀ ਦਾ, ਚਮੜੀ ਦਾ ਬਣਿਆ ਸਰੀਰ, ਇਹ ਸਰੀਰ ਨੂੰ 4 ਸਫੇਰਿਓਂ ਅਗਨ ਨੇ ਘੇਰਿਆ ਹੈ, ਕਾਲ ਨੇ ਘੇਰਿਆ ਹੋਇਆ ਹੈ ਤੇ ਚੌਗਿਰਦਿਆਂ ਇਹਦੇ ਅੱਗ ਨੇੜੇ ਆਉਂਦੀ ਜਾਂਦੀ। ਇਸ ਤਨ ਨੂੰ ਅੱਗ ਮਸਾੜਦੀ ਪਈ ਆ, ਕਦੇ ਤ੍ਰਿਸ਼ਨਾ ਰੂਪ, ਕਦੇ ਪਿਆਰਿਓ ਆਸ਼ਾ ਰੂਪ, ਕਦੇ ਕਿਸੇ ਰੂਪ ਅੰਦਰ, ਕਦੇ ਚਿੰਤਾ ਰੂਪ ਅੰਦਰ ਆ ਕੇ ਇਹਨੂੰ ਮਚਾਉਂਦੀ ਪਈ ਆ। ਦਹਿ ਦਿਸ ਲਾਗੀ ਆਗ ਤੇ ਕਹਿੰਦੇ ਪੰਡਤ ਪੰਡਤ ਜਲ ਮੂਏ। ਜਿਨ੍ਹਾਂ ਕੋਲ ਜ਼ਿਆਦੀ ਸਿਆਣਪਤਾ ਆਈ ਨਾ, ਉਹਨਾਂ ਸਿਆਣਿਆਂ ਨੇ ਰੱਬ ਨੂੰ ਪਾਸੇ ਕਰਤਾ। ਕਹਿੰਦੇ ਨਹੀਂ ਸਾਨੂੰ ਪਤਾ, ਅਸੀਂ ਵੇਖਾਂਗੇ ਮੌਤ ਕਿਵੇਂ ਆ ਸਕਦੀ। ਕੁਝ ਤਾਂ ਐਸੇ ਵੀ ਸਿਆਣੇ ਜਨਮੇ ਸੰਸਾਰ ਵਿੱਚ, ਉਹ ਰੱਬ ਨੂੰ ਵੀ ਮੰਨਣ ਤੋਂ ਨਿਕਾਰਤ ਹੋ ਗਏ। ਕਹਿੰਦੇ ਕਿਹੜਾ ਰੱਬ, ਕਿੱਥੇ ਮਰ ਕੇ ਅੱਗੇ ਜਾਈਦਾ, ਸਭ ਕੁਝ ਇੱਥੇ ਹੀ ਹੈ। ਤੇ ਜੇ ਇੱਥੇ ਹੀ ਆ ਫਿਰ ਤਾਂ ਸਾਨੂੰ ਜਿਹੜੀ ਮਹਾਰਾਜ ਦੀ ਧੁਰ ਕੀ ਬਾਣੀ, ਧੁਰ ਦਰਗਾਹ ਵੀ ਖਤਮ ਕਰਨੀ ਪਏਗੀ। ਅਸੀਂ ਜਿਹੜੇ ਇਹ ਸ਼ਬਦ ਕਹਿੰਦੇ ਨਾ, ਦਰਬਾਰ ਵੀ ਇੱਥੇ, ਪ੍ਰਭੂ ਵੀ ਇੱਥੇ, ਸਭ